मैं बाबा जवंत सिंह ਮੈਮੋਰੀਅਲ ਦਸ਼ਮੇਸ਼ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਹਨਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ। ਅਜਿਹਾ ਸਾਡੇ ਸਕੂਲ ਦੇ ਪ੍ਰਬੰਧਕ ਸਰ ਵੱਲੋਂ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਬੱਚੇ ਅਜਿਹਾ ਸੁਣ ਅਤੇ ਵੇਖ ਕੇ ਬਹੁਤ ਸਿੱਖਦੇ ਹਨ। ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ। ਅੱਜ ਮੈਂ ਤੁਹਾਨੂੰ ਲੀਨਸ ਪੌਲਿੰਗ ਬਾਰੇ ਦੱਸਣ ਜਾ ਰਹੀ ਹਾਂ। ਲੀਨਸ ਪੌਲਿੰਗ ਕਾਰਗਲ ਪੌਲਿੰਗ ਦਾ ਜਨਮ ਪੋਰਟਲੈਂਡ ਉਰਗੇਵੇ ਵਿੱਚ 28 ਫਰਵਰੀ 1901 ਨੂੰ ਹੋਇਆ ਸੀ। ਇੱਕ ਡਾਇਰੈਕਟ ਹਰਮਨ ਹੈਨਰੀ ਵਿਲੀਅਮ ਪੌਲਿੰਗ ਦੇ ਪੁੱਤਰ ਜੋ ਕਿ ਮਸੂਰੀ ਵਿੱਚ ਪੈਦਾ ਹੋਇਆ ਸੀ, ਭਾਵੇਂ ਕਿ ਜਰਮਨ ਮੂਲ ਦਾ ਸੀ, ਅਤੇ ਉਸ ਦੀ ਪਤਨੀ ਲੂਸੀ ਇਜ਼ਾਬੇਲ ਡਾਰਲਿੰਗ ਉਰਗੇਵਾ ਵਿੱਚ ਪੈਦਾ ਹੋਈ ਸੀ। ਅੰਗਰੇਜ਼ੀ ਸਕਾਟ ਵੰਸ਼ ਦੀ ਸੀ। ਲੀਨਸ ਦੇ ਕੋਡਨ ਕਸਬੇ ਅਤੇ ਪੋਰਟਲੈਂਡ ਉਰਗੇਵੇ ਸ਼ਹਿਰ ਦੇ ਪਬਲਿਕ ਐਲੀਮੈਂਟਰੀ ਅਤੇ ਹਾਈ ਸਕੂਲਾਂ ਵਿੱਚ ਪੜ੍ਹਿਆ ਅਤੇ 1917 ਵਿੱਚ ਉਰਗੇਵਨ ਸਟੇਟ ਕਾਲਜ ਵਿੱਚ ਦਾਖਲਾ ਹੋਇਆ ਸੀ। BSc ਦੀ ਡਿਗਰੀ ਪ੍ਰਾਪਤ ਕੀਤੀ। 1922 ਵਿੱਚ ਰਸਾਇਣਿਕ ਇੰਜੀਨੀਅਰ ਵਿੱਚ ਪ੍ਰਾਪਤ ਕੀਤੀ। 1919 ਤੋਂ 1920 ਦੇ ਸਾਲਾਂ ਦੌਰਾਨ ਉਸਨੇ ਸਟੇਟ ਕਾਲਜ ਵਿੱਚ ਮਾਤਰਾਤਮਕ ਵਿਸ਼ਲੇਸ਼ਣ ਦੇ ਪੂਰੇ ਸਮੇਂ ਦੇ ਅਧਿਆਪਕ ਵਜੋਂ ਸੇਵਾ ਨਿਭਾਈ, ਜਿਸ ਤੋਂ ਬਾਅਦ ਉਸਨੂੰ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਕੈਮਿਸਟਰੀ ਵਿੱਚ ਟੀਚਿੰਗ ਫੈਲੋ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਉੱਥੇ ਇੱਕ ਗ੍ਰੈਜੂਏਟ ਵਿਦਿਆਰਥੀ ਸੀ। 1922 ਤੋਂ 1925 ਤੱਕ ਪ੍ਰੋਫੈਸਰ ਰੋਜ਼ੋਕੀ ਜੀ ਡਿਕਸਨ ਅਤੇ ਰਿਚ ਸੀ ਟੋਲਮਨ ਦੇ ਅਧੀਨ ਕੰਮ ਕਰਦੇ ਹੋਏ 1925 ਵਿੱਚ ਉਹਨਾਂ ਨੂੰ PhD ਰਸਾਇਣ ਵਿਗਿਆਨ ਵਿੱਚ, ਭੌਤਿਕ ਵਿਗਿਆਨ ਅਤੇ ਗਣਿਤ ਵਿੱਚ ਨਾਬਾਲਗਾਂ ਦੇ ਨਾਲ 1919 ਤੋਂ ਉਸ ਦੀ ਦਿਲਚਸਪੀ ਅਣੂ ਦੀ ਬਣਤਰ ਅਤੇ ਰਸਾਇਣਿਕ ਬੰਧਨ ਦੀ ਪ੍ਰਕਿਰਤੀ ਦੇ ਖੇਤਰ ਵਿੱਚ ਸੀ, ਜੋ ਕਿ ਇਰਵਿਨ ਲੈਂਗਮਿਲਰ ਦੁਆਰਾ ਕਈ ਪਦਾਰਥਾਂ ਵਿੱਚ ਪਰਮਾਣੂਆਂ ਦੇ ਵਿਚਕਾਰ ਇਲੈਕਟ੍ਰੌਨਾਂ ਦੇ ਜੋੜਿਆਂ ਨੂੰ ਸਾਂਝਾ ਕਰਨ ਦੇ ਲੇਵਿਸ ਸਿਧਾਂਤ ਦੀ ਵਰਤੋਂ ਕੀਤੀ ਗਈ। 1921 ਵਿੱਚ ਉਸਨੇ ਇੱਕ ਮਜ਼ਬੂਤ ਚੁੰਬਕੀ ਖੇਤਰ ਵਿੱਚ ਲੋਹੇ ਦੀ ਇੱਕ ਪਰਤ 'ਤੇ ਇਲੈਕਟ੍ਰੋਲਾਈਟ ਡਿਸਪੋਸ਼ਨ ਦੁਆਰਾ ਅਤੇ ਪਾਲਿਸ਼ ਕਰਕੇ ਲੋਹੇ ਦੇ ਕ੍ਰਿਸਟਲਾਈਜ਼ ਦੀ ਸਥਿਤੀ 'ਤੇ ਨਿਰਾਪਨ ਦੁਆਰਾ ਇੱਕ ਚੁੰਬਕੀ ਖੇਤਰ ਦੁਆਰਾ ਲੋਹੇ ਦੇ ਪਰਮਾਣੂਆਂ ਦੀ ਸਥਿਤੀ ਬਾਰੇ ਇੱਕ ਪ੍ਰਯੋਗ ਦਾ ਸੁਝਾਅ ਦਿੱਤਾ ਅਤੇ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਡਿਪੋਜ਼ਿਟ ਐਚਿੰਗ ਅਤੇ ਐਚ ਦੇ ਅੰਕੜਿਆਂ ਦੀ ਮਾਈਕਰੋਸਕੋਪਿਕ ਜਾਂਚ। ਪ੍ਰੋਫੈਸਰ ਡਿਕਸਨ ਦੇ ਨਾਲ ਉਸਨੇ 1922 ਵਿੱਚ ਕੁਝ ਕ੍ਰਿਸਟਲਾਂ ਦੇ ਢਾਂਚੇ ਦੇ ਪ੍ਰਯੋਗਾਤਮਕ ਨਿਰਧਾਰਨ ਦੀ ਸ਼ੁਰੂਆਤ ਕੀਤੀ ਅਤੇ ਰਸਾਇਣਿਕ ਬੰਧਨ ਦੀ ਪ੍ਰਕਿਰਤੀ 'ਤੇ ਸਿਧਾਂਤਿਕ ਕੰਮ ਵੀ ਸ਼ੁਰੂ ਕੀਤਾ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਸਟਾਫ ਵਿੱਚ ਆਪਣੀ ਨਿਯੁਕਤੀ ਤੋਂ ਬਾਅਦ ਪ੍ਰੋਫੈਸਰ ਪੌਲਿੰਗ ਨੂੰ 1925 ਵਿੱਚ ਰਿਸਰਚ ਐਸੋਸੀਏਟ ਚੁਣਿਆ ਗਿਆ। ਕੈਮਿਸਟਰੀ ਵਿੱਚ ਨੈਸ਼ਨਲ ਰਿਸਰਚ ਫੈਲੋ 1925 ਤੋਂ 26, ਜੋਹਾਨ ਸਾਈਮਨ ਗੁਮੇਨਾਹਿਨ ਮੈਮੋਰੀਅਲ ਫਾਊਂਡੇਸ਼ਨ ਦੇ ਫੈਲੋ 1926 ਤੋਂ 1927, ਰਸਾਇਣ ਵਿਗਿਆਨ ਦੇ ਸਹਾਇਕ ਪ੍ਰੋਫੈਸਰ 1927 ਤੋਂ 1929, ਐਸੋਸੀਏਟ ਪ੍ਰੋਫੈਸਰ 1929 ਤੋਂ 1931, ਪ੍ਰੋਫੈਸਰ 1931 ਜਦੋਂ ਕਿ ਉਹ ਸ਼ੁੱਧ ਰਸਾਇਣ ਵਿਗਿਆਨ ਵਿੱਚ ਅਮਰੀਕਨ ਕੈਮੀਕਲ ਸੁਸਾਇਟੀ ਅਵਾਰਡ ਦਾ ਪਹਿਲਾ ਪ੍ਰਾਪਤਕਰਤਾ ਸੀ। ਲੋਗਮਾਇਆ ਇਨਾਮ ਅਤੇ ਕੈਮਿਸਟਰੀ ਅਤੇ ਕੈਮੀਕਲ ਇੰਜੀਨੀਅਰਿੰਗ ਦੇ ਡਿਵੀਜ਼ਨ ਦੇ ਚੇਅਰਮੈਨ ਅਤੇ ਰਸਾਇਣ ਵਿਗਿਆਨ ਦੇ ਗੈਸਟ ਅਤੇ ਕੇਰਲ ਪ੍ਰਯੋਗਸ਼ਾਲਾਵਾਂ ਦੇ ਡਾਇਰੈਕਟਰ 1937 ਤੋਂ 1958। 1963 ਵਿੱਚ ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੌਲਿੰਗ ਸੰਯੁਕਤ ਰਾਜ ਅਮਰੀਕਾ ਦੇ ਨਾਲ ਨਾਲ ਕਈ ਯੂਰਪੀ ਦੇਸ਼ਾਂ, ਭਾਰਤ, ਜਾਪਾਨ ਅਤੇ ਚਿਲੀ ਵਿੱਚ ਕਈ ਪੇਸ਼ੇਵਰ ਸਮਾਜਾਂ ਦਾ ਮੈਂਬਰ ਸੀ। ਅਮਰੀਕਾ ਅਤੇ ਯੂਰਪ ਵਿੱਚ ਉਸ ਉੱਤੇ ਪੁਰਸਕਾਰਾਂ, ਮੈਡਲ ਅਤੇ ਅਮੀਨੀ ਡਿਗਰੀ ਦੀ ਵਰਖਾ ਕੀਤੀ ਗਈ। ਇਸ ਤੋਂ ਇਲਾਵਾ 1960 ਲਈ ਸਾਲ ਦੀ ਤਰਕਸ਼ੀਲ ਅਤੇ 1961 ਲਈ ਮਨੁੱਖਤਾਵਾਦੀ ਚੁਣਿਆ ਗਿਆ। ਉਸ ਦੀ ਕਲਮ ਤੋਂ ਕਈ ਕਿਤਾਬਾਂ ਆਈਆਂ। ਉਹਨਾਂ ਦੀ ਸਭ ਤੋਂ ਮਸ਼ਹੂਰ ਕਿਤਾਬ ਤੋਂ ਲਿਆ ਗਿਆ ਕੈਮੀਕਲ ਬੌਂਡ ਦੀ ਪ੍ਰਕਿਰਤੀ ਅਤੇ ਅਣੂ ਅਤੇ ਕ੍ਰਿਸਟਲ ਦੀ ਬਣਤਰ ਦੁਆਰਾ ਜਰਨਲ ਕੈਮਿਸਟਰੀ। ਉਸ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਪੇਪਰਾਂ ਦੇ ਵਿਸ਼ੇ ਉਸ ਦੀ ਮਹਾਨ ਵਿਗਿਆਨਕ ਪੱਖਤਾ ਨੂੰ ਦਰਸਾਉਂਦੇ ਹਨ। ਐਕਸ-ਰੇ ਦੇ ਵਿਭਿੰਨਤਾ ਦੁਆਰਾ ਕ੍ਰਿਸਟਲ ਦੀ ਬਣਤਰ ਦੇ ਪ੍ਰਯੋਗਾਤਮਕ ਨਿਰਧਨ ਅਤੇ ਰੇਡੀਆਈ ਅਤੇ ਪਰਮਾਣੂਆਂ ਦੀਆਂ ਹੋਰ ਵਿਸ਼ੇਸ਼ਤਾਵਾਂ ਦੇ ਸੰਦਰਭ ਵਿੱਚ ਉਹਨਾਂ ਬਣਤਰਾਂ ਦੀ ਵਿਆਖਿਆ ਦੇ ਖੇਤਰਾਂ ਵਿੱਚ ਲਗਭਗ 350 ਪ੍ਰਕਾਸ਼ਨ। ਭੌਤਿਕ ਅਤੇ ਰਸਾਇਣਿਕ ਸਮੱਸਿਆਵਾਂ ਲਈ ਕੁਆਂਟਮ ਮਕੈਨਿਕਸ ਦੀ ਵਰਤੋਂ, ਜਿਸ ਵਿੱਚ ਡਾਈਇਲੈਕਟ੍ਰਿਕ ਸਿਧਾਂਤਕ ਐਕਸ-ਰੇ, ਡਬਲ ਪਰਮਾਣੂਆਂ ਵਿੱਚ ਇਲੈਕਟ੍ਰੌਨਾਂ ਦੀ ਮੋਮੈਂਟਮ ਵੰਡ, ਕ੍ਰਿਸਟਲ ਵਿੱਚ ਅਣੂਆਂ ਦੀ ਰੋਟੇਸ਼ਨਲ ਮੋਸ਼ਨ, ਵਾਂਡਰਵਾਲਸ ਬਲ ਆਦਿ ਸ਼ਾਮਿਲ ਸਨ। ਧਾਤਾਂ ਅਤੇ ਅੰਤਰ ਧਾਤਾਂ ਮਿਸ਼ਰਣਾਂ ਦੀ ਬਣਤਰ, ਫੈਰੋਮੈਗਨੈਟਿਜ਼ਮ ਦਾ ਸਿਧਾਂਤ,
ਰਸਾਇਣਿਕ ਬੰਧਨ ਦੀ ਪ੍ਰਕਿਰਤੀ। ਰਸਾਇਣ ਵਿਗਿਆਨ ਵਿੱਚ ਗੁੰਝ ਦੇ ਵਰਤਾਰੇ ਸਮੇਤ ਇਲੈਕਟ੍ਰੋਨਾਂ ਦੇ ਵਿਭਿੰਨਤਾਵਾਂ ਦੁਆਰਾ ਗੈਸ ਅਣੂਆਂ ਦੀ ਬਣਤਰ ਦਾ ਪ੍ਰਯੋਗਾਤਮਕ ਨਿਰਧਾਰਨ, ਪ੍ਰੋਟੀਨ ਦੀ ਬਣਤਰ, ਐਡੀਬਾਈਡਸ ਦੀ ਬਣਤਰ ਅਤੇ ਸੀਰੋਲੋਜੀਕਲ ਪ੍ਰਕਿਰਿਆਵਾਂ ਦੀ ਪ੍ਰਕਿਰਤੀ, ਹੀਮੋਗਲੋਬਿਨ ਅਤੇ ਸੰਬੰਧਿਤ ਪਦਾਰਥਾਂ ਦੀ ਬਣਤਰ ਅਤੇ ਵਿਸ਼ੇਸ਼ਤਾਵਾਂ, ਖਾਨਦਾਨੀ ਹੀਮੋਗਲੋਬਿਕ ਅਮੀਨੀਆਂ ਦੇ ਸੰਬੰਧ ਵਿੱਚ ਅਸਾਧਾਰਨ ਹੀਮੋਗਲੋਬਿਨ ਅਣੂ, ਜਨਰਲ ਅਨਸਥੀਸੀਆ ਦੇ ਅਣੂ ਸਿਧਾਂਤ, ਇੱਕ ਗੈਸ ਵਿੱਚ ਆਕਸੀਜਨ ਦੇ ਅੰਸ਼ਕ ਦਬਾਅ ਨੂੰ ਨਿਰਧਾਰਤ ਕਰਨ ਲਈ ਇੱਕ ਸਾਧਨ ਅਤੇ ਹੋਰ ਵਿਸ਼ੇ। ਲਿਨਸ ਪੌਲਿੰਗ ਦਾ 19 ਅਗਸਤ 1994 ਨੂੰ ਮੌਤ ਹੋ ਗਈ। ਮੈਂ ਇਸ ਵੀਡੀਓ ਦਾ ਇੰਗਲਿਸ਼ ਵਰਜ਼ਨ ਜਲਦੀ ਹੀ YouTube 'ਤੇ ਅਪਲੋਡ ਕਰਾਂਗੀ।